गल च चुन्नी पा गई, मैनू उन्हें फोटो भेजती, घर तो बाहर जाके सुसाइड कर गई। फिर जो मैं फोटो भेजी, फोटो दे सौरा साहब ने यह गल कही, कोई गल नहीं पुत, मरदी तो मर जी। नहीं नहीं, किते $500 ही, किते $650, किते $250 मंथली। हाँ जी, ਜਿਹੜੇ इधरों मैं भेजदा सी ਉਹਦੇ ਨਾਲ ਹੀ ਸਾਰਾ ਉਹਦਾ ਚੱਲਦਾ ਸੀ ਖਰਚਾ ਹੀ, ਕਿਉਂਕਿ ਕੰਮ ਜਾਂਦੀ ਨਹੀਂ ਸੀ। ਵੀ ਤੂੰ ਸੱਚ ਦੱਸ ਦੇ ਵੀ ਜੇ ਫੇਲ ਆ ਵੀ ਆਪਾਂ ਦੁਬਾਰੇ ਆਈਲੈਟਸ ਕਰਾ ਲੈਂਦੇ। ਡੈਡੀ ਨੇ ਵੀ ਰਿਕਾਰਡ ਫੋਨ ਲਾਇਆ, ਪੁੱਤ ਫੋਨ ਚੱਕ ਲਈ। ਮੰਮੀ ਨੇ ਫੋਨ ਬਹੁਤ ਮਿਹਨਤਾਂ ਕੀਤੀਆਂ, ਮੈਂ ਫੋਨ ਲਾਇਆ ਜੀ। ਉਹ ਕਹਿੰਦੀ ਮੈਂ ਕੀ ਕਰਾਂ, ਵੀ ਮੰਮੀ ਤੇ ਭਰਾ ਕਹਿੰਦੇ ਤੂੰ ਇੰਡੀਆ ਆਣਾ, ਜੇ ਤੂੰ ਇੰਡੀਆ ਆ ਗਈ ਕੋਈ ਨਾਤਾ ਨਹੀਂ ਰੱਖਣਾ ਤੇਰੇ ਨਾਲ। ਮੜੀ ਮੇਰੇ ਨਾਲ ਵੀ ਬਹਿਸ ਹੋਈ, ਕਹਿੰਦੀ ਜਿਹੜਾ ਕੁਛ ਮਰਜ਼ੀ ਆ ਵੀ ਮੈਂ ਤਾਂ ਤੈਨੂੰ ਡਾਕੂਮੈਂਟ ਭੇਜੀ, ਮੈਂ ਤਾਂ ਮੁੱਕਰਦੀ ਆ ਜੀ। ਕੈਨੇਡਾ ਨੂੰ ਮੁੱਕਰਦੀ ਆ, ਹਾਂ ਤੈਨੂੰ ਕਹਿੰਦਾ ਇੰਡੀਆ ਉਹਨੇ ਮੈਨੂੰ ਇੱਕ ਆਡੀਓ ਭੇਜੀ ਸੀ ਵੀ ਮੈਂ ਸੁਸਾਈਡ ਕਰਨ ਲੱਗੀ ਆ। ਹਾਂਜੀ, WhatsApp ਤੇ ਭੇਜੀ ਸੀ ਵੀ ਮੇਰਾ ਮਾਰਨ ਦਾ ਕਾਰਨ ਮੈਂ ਆਪ ਆ। ਮੈਂ ਸੁਸਾਈਡ ਕਰ ਰਹੀ ਹਾਂ, ਪਲੀਜ਼ ਕਿਸੇ ਨੂੰ ਕੁਛ ਨਾ ਕਿਹਾ ਜਾਵੇ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਪਿਛਲੇ ਦਿਨੀ ਮੰਦਭਾਗੀ ਖਬਰ ਜਿਹੜੀ ਆ ਉਹ ਸਾਹਮਣੇ ਆਉਂਦੀ ਆ। ਇੱਕ ਜਸਪ੍ਰੀਤ ਨਾਮ ਦੀ ਕੁੜੀ ਆ ਜਿਸ ਦੇ ਵੱਲੋਂ ਸੁਸਾਈਡ ਕੀਤਾ ਜਾਂਦਾ ਆ ਕੈਨੇਡਾ ਦੇ ਵਿੱਚ। ਮੋਗੇ ਜ਼ਿਲ੍ਹੇ ਦੇ ਖਾਈ ਪਿੰਡ ਦੇ ਰਹਿਣ ਵਾਲੇ ਨੇ। ਜਦੋਂ ਪਰਿਵਾਰ ਕੁੜੀ ਦਾ ਸਾਹਮਣੇ ਆਉਂਦਾ, ਉਸ ਪਰਿਵਾਰ ਵੱਲੋਂ ਵੱਡੇ ਇਲਜ਼ਾਮ ਜਿਹੜੇ ਹੈਗੇ ਨੇ ਉਹ ਮੁੰਡਾ ਪਰਿਵਾਰ ਦੇ ਉੱਪਰ ਲਗਾਏ ਜਾਂਦੇ ਨੇ ਕਿ ਭਾਈ ਦਹੇਜ ਦੀ ਮੰਗ ਹੁੰਦੀ ਸੀ, ਪੈਸੇ ਦੀ ਸਾਥੋਂ ਮੰਗ ਕਰਦੇ ਸੀ, ਤਲਾਕ ਦੀ ਮੰਗ ਕਰਦੇ ਸੀ। ਕੁੜੀ ਦੇ ਪਰਿਵਾਰ ਦੀ ਵੀ ਗੱਲਬਾਤ ਜਿਹੜੀ ਆ ਤੁਸੀਂ ਸੁਣੀ ਆ। ਅੱਜ ਅਸੀਂ ਬਾਈ ਹੋਰਾਂ ਕੋਲੇ ਆਏ ਆ, ਮੁੰਡੇ ਪਰਿਵਾਰ ਕੋਲੇ ਆਏ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਮਾਮਲਾ ਸਮਝਾਇਓ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ, ਮਾਮਲਾ ਸਮਝਾਇਓ ਪੂਰਾ। ਹਾਂਜੀ, ਮੇਰਾ ਨਾਮ ਗੁਰਮੀਤ ਸਿੰਘ ਸੋਹੀ। ਅਤੇ ਪਹਿਲੀ ਗੱਲ ਤਾਂ ਜੀ ਮੈਨੂੰ ਕੱਲ੍ਹ ਵੀ ਮਤਲਬ ਕਾਲ ਆਈਆਂ ਸੀ। ਅਸੀਂ ਲਾਈਵ ਟੈਲੀਕਾਸਟ ਨਹੀਂ ਕਰਨਾ ਚਾਹੁੰਦੇ ਸੀ ਮੀਡੀਆ 'ਤੇ, ਕਿਉਂਕਿ ਉਹਨਾਂ ਨੇ ਤਾਂ ਜਿਹੜਾ ਕੋਈ ਇਲਜ਼ਾਮ ਲਾ ਲਿਆ ਸੀ ਠੀਕ, ਪਰ ਅਸੀਂ ਕਿਉਂਕਿ ਉਹਦੀ ਬੇਇੱਜ਼ਤੀ, ਇੱਕ ਤਰ੍ਹਾਂ ਦੀ ਬੇਇੱਜ਼ਤੀ ਹੋ ਰਹੀ ਹੈ। ਚਲੋ ਉਹਦੀ ਡੈਥ ਹੋ ਗਈ, ਜਿਹੜਾ ਕੁਛ ਵੀ ਹੋ ਗਿਆ, ਉਹਦੀ ਹੁਣ ਇੱਕ ਤਰ੍ਹਾਂ ਦੀ ਬੇਇੱਜ਼ਤੀ ਕਰ ਰਹੇ ਆ ਜੀ ਸਾਰੇ। ਹੁਣ ਅਸੀਂ ਆਪਦਾ ਹੀ ਪੱਖ ਰੱਖਣਾ ਵੀ ਉਹ ਸਾਰਾ ਕੁਛ ਸੱਚ ਦੱਸਣਾ ਪਊਗਾ ਜੀ, ਕੀ ਗੱਲਬਾਤ ਆ। ਹੁਣ ਵੀ ਪੜ੍ਹੀ ਨਹੀਂ ਉਹ ਜਿਹੜਾ ਕੁਛ ਵੀ ਆ, ਚਲੋ ਕਿਵੇਂ ਵੀ ਲਾ ਲੇ, ਉਹ ਗਲਤ ਨਹੀਂ ਹੈਗੀ ਸੀ ਵੀ ਚਲੋ ਹੁਣ ਪੜ੍ਹਾਈ ਨਹੀਂ ਕੁਛ ਵੀ, ਉਹ ਸਾਰਾ ਕੁਛ ਅਸੀਂ ਹੁਣ ਸੱਚ ਦੱਸਦੇ ਹਾਂ ਜੀ। ਸਾਡੀ ਮੈਰਿਜ 2019 'ਚ 4 ਅਗਸਤ ਨੂੰ ਹੋ ਗਈ ਸੀ। ਵੀਜ਼ੇ ਤੋਂ ਪਹਿਲਾਂ ਅਸੀਂ ਮੈਰਿਜ ਕਰਾ ਲਈ ਸੀ। ਵੀਜ਼ੇ ਤੋਂ ਪਹਿਲਾਂ ਮੈਰਿਜ, ਉਦੋਂ ਬਾਅਦ 20-25 ਦਿਨਾਂ ਬਾਅਦ, ਮਤਲਬ 25 ਦਿਨ ਬਾਅਦ ਉਹਦਾ ਹੀ ਵੀਜ਼ਾ ਆਉਂਦਾ ਵਾ। ਉਸ ਤੋਂ ਬਾਅਦ ਉਹ 10 ਦਿਨ ਬਾਅਦ 10 ਦਿਨ ਬਾਅਦ ਚਲੀ ਜਾਂਦੀ ਜੀ। ਉਹ 20 ਦਿਨ ਬਾਅਦ ਮਹੀਨੇ ਦੇ ਵਿੱਚ ਚਲੇ ਜਾਂਦੇ। ਹਾਂ, ਮਹੀਨੇ ਦੇ ਵਿੱਚ ਚਲੇ ਜਾਂਦੇ, ਮਹੀਨਾ ਮੇਰੇ ਨਾਲ ਰਹਿੰਦੇ ਜੀ। ਫਿਰ ਅਸੀਂ ਫਾਈਲ ਦਾ ਸਾਰਾ ਡਾਕੂਮੈਂਟ ਇੱਧਰੋਂ ਰੈਡੀ ਕਰ ਲਈ। ਉਹਨੂੰ ਮੈਂ ਕਿਹਾ ਵੀ ਡਾਕੂਮੈਂਟ ਭੇਜ ਦੇ। ਉਹ ਤੋਂ ਕੋਈ ਡਾਕੂਮੈਂਟ ਗਲਤ ਹੋ ਗਈ, ਕੋਈ ਭੇਜੀ ਨਹੀਂ ਗਈ ਉੱਧਰੋਂ। ਅਸੀਂ ਫਾਈਲ ਉਦੋਂ ਲਾਈ ਨਹੀਂ ਹੈਗੀ 2-3 ਮਹੀਨੇ ਬਾਅਦ ਹੀ। ਫਿਰ ਅਸੀਂ 4 ਮਹੀਨਿਆਂ ਬਾਅਦ ਹੀ ਚਲੋ ਅਸੀਂ ਕਿਹਾ ਵੀ ਹੁਣ ਛੁੱਟੀਆਂ ਹੈਗੀਆਂ, ਵੀ 20 ਦਿਨ ਤੂੰ ਆ ਜਾ। ਅਸੀਂ ਮੈਂ ਇੱਧਰੋਂ ਟਿਕਟ ਟੁਕਟ ਸਾਰਾ ਕੁਛ ਲੈ ਕੇ ਉਹਨੂੰ ਇੰਡੀਆ ਮੰਗਾਇਆ ਜੀ। ਅਸੀਂ ਦੋਨੇ ਮਲੇਸ਼ੀਆ ਘੁੰਮਣ ਫਿਰਨ ਗਏ, ਅਸੀਂ ਦੋਨੇ। ਹਾਂਜੀ, ਇੰਡੀਆ ਆਏ, ਇੰਡੀਆ ਮੈਰਿਜ ਮੂਰੀ ਦੇਖੇ ਜੀ, ਬਰਥਡੇ ਪਾਰਟੀਆਂ, ਉਹ ਸਾਰਾ ਕੁਛ ਮਤਲਬ ਘੁੰਮ ਫਿਰ ਕੇ ਆ ਗਈ। ਫਿਰ ਮਲੇਸ਼ੀਆ ਗਈ। ਫਿਰ ਉਹ 20 ਦਿਨ ਬਾਅਦ ਹੀ ਜਨਵਰੀ ਤੇ 4-5 ਤਰੀਕ ਨੂੰ ਹੀ ਉਹ ਵਾਪਸ ਚਲੀ ਜਾਂਦੀ ਜੀ। 20 ਦੇ ਵਿੱਚ? ਹਾਂਜੀ, 20 ਦੇ ਵਿੱਚ ਹੀ। ਫਿਰ 20 ਦੇ ਵਿੱਚ ਹੀ ਉਦੋਂ ਬਾਅਦ ਉਹਨੇ ਕੋਈ ਆਫਰ ਲੈਟਰ ਹੀ ਹੋਰ ਲੈ ਲਈ ਉੱਥੇ ਹੀ। ਉੱਥੇ ਆ ਕੇ ਆਫਰ। ਤੁਹਾਨੂੰ ਇਲਮ ਸੀ ਇਸ ਚੀਜ਼ ਦਾ? ਨਹੀਂ ਤੁਹਾਨੂੰ ਪਤਾ ਸੀ? ਨਹੀਂ, ਮੈਨੂੰ ਐਂ ਦੱਸਿਆ ਜੀ ਆਫਰ ਲੈਟਰ ਵੀ ਲੈ ਲਈ। ਮੈਨੂੰ ਇੱਦਾਂ ਨਹੀਂ ਪਤਾ ਵੀ ਪਹਿਲੇ ਆਫਰ ਲੈਟਰ 'ਚ ਕੀ ਹੋਇਆ ਕੀ ਨਹੀਂ ਹੋਇਆ ਸੀ, ਉਹ 'ਚ ਕੁਛ ਨਹੀਂ ਪਤਾ ਲੱਗਿਆ ਜੀ। ਆਫਰ ਲੈਟਰ ਉਹਨੇ ਨਵੀਂ ਲੈ ਲਈ ਉੱਥੇ। ਆਫਰ ਲੈਟਰ ਲੈ ਕੇ ਹੀ ਮਹੀਨੇ 20 ਦਿਨਾਂ ਬਾਅਦ ਹੀ ਅਸੀਂ ਫਾਈਲ ਦੇ ਸਾਰੇ ਡਾਕੂਮੈਂਟ ਤਿਆਰ ਕਰ ਲਈ। ਉਹਨੇ ਪਰ ਜਿਹੜੀਆਂ ਮਤਲਬ ਉਹਨੇ ਪਹਿਲੇ ਸਮੈਸਟਰ ਦਾ ਕਲੀਅਰੈਂਸ ਹੋਇਆ ਜੀ, ਕੋਈ ਟਰਾਂਸਕ੍ਰਿਪਟ ਅਤੇ ਉਹਨੇ ਨਹੀਂ ਭੇਜੀ, ਇਕੱਲੀ ਆਫਰ ਲੈਟਰ ਭੇਜੀ। ਕਿਉਂਕਿ ਇੱਧਰੋਂ ਇੰਡੀਆ ਤੋਂ ਜਦੋਂ ਗਈ ਸੀ ਹੋਰ ਆਫਰ ਲੈਟਰ ਸੀ, ਜਦੋਂ ਉਹਨੇ ਮੈਨੂੰ ਉੱਧਰੋਂ ਭੇਜੀ ਆ ਉਹ ਹੋਰ ਆਫਰ ਲੈਟਰ ਸੀ, ਕਿਉਂਕਿ ਆਫਰ ਲੈਟਰ ਚੇਂਜ ਕਰ ਲਈ ਸੀ ਹੋਰ ਲੈਡੀ ਸਟੱਡੀ ਉਹਨੇ ਮੈਨੂੰ ਕੋਈ ਟਰਾਂਸਕ੍ਰਿਪਟ ਨਹੀਂ ਭੇਜੀ। ਉਵੇਂ ਅੰਬੈਸੀ 'ਚ ਵੀ ਸਾਰਾ ਕੁਛ ਹੈਗਾ ਜੀ, ਇਕੱਲੇ ਬਸ ਉਹਨੇ ਆਫਰ ਲੈਟਰਾਂ ਭੇਜੀਆਂ ਜੀ। ਸਾਡਾ ਵੀਜ਼ਾ ਮੇਰਾ ਰਿਜੈਕਟ ਹੋ ਜਾਂਦਾ ਜੀ 10 ਦਿਨਾਂ ਬਾਅਦ। ਉਵੇਂ ਏਜੰਟ ਨੇ ਦੁਬਾਰੇ ਫਿਰ ਉਵੇਂ ਲਾਤਾ ਜੀ, ਉਹ ਦੁਬਾਰੇ ਸੈਕਿੰਡ ਟਾਈਮ ਫਿਰ ਰਿਜੈਕਟ ਹੋ ਗਿਆ ਜੀ। ਮਤਲਬ ਕਿਉਂਕਿ ਟਰਾਂਸਕ੍ਰਿਪਟ ਹੈ ਨਹੀਂ ਸੀ, ਕੁਛ ਹੈ ਨਹੀਂ ਸੀ। ਫਿਰ ਐਂ ਚੱਲਦਾ ਰਿਹਾ ਜੀ। ਉਹਨੂੰ ਅਸੀਂ ਕਿਹਾ ਵੀ ਚਲੋ, ਉਹ ਕਹਿੰਦੀ ਵੀ ਮੈਂ ਇੱਥੇ ਕਰ ਲੈਂਦੀ ਹਾਂ। ਸਾਨੂੰ ਇਹ ਨਹੀਂ ਦੱਸਿਆ ਵੀ ਉਹ 'ਚ ਵੀ ਫੇਲ ਹੋ ਗਈ ਜਾਂ ਕੁਛ ਵੀ ਹੋ ਗਿਆ ਜੀ। ਉਹਨੇ ਕਰ ਲਿਆ ਟਰਾਂਸਕ੍ਰਿਪਟ। ਉਹ ਕਹਿੰਦੀ ਮੈਂ ਟਰਾਂਸਫਰ ਕਰ ਲੈਂਦੀ ਇੱਧਰ, ਬਈ ਉੱਥੇ ਕਰ ਲੈਂਦੀ ਹਾਂ, ਬਰੈਂਪਟਨ 'ਚ ਕਰ ਲੈਂਦੀ ਹਾਂ, ਵੀ ਉੱਥੇ ਰਿਸ਼ਤੇਦਾਰ ਹੈਗੇ ਜਾਂ ਉਹਨਾਂ ਕੋਲ ਰਹਿ ਪਊਗੀ। ਉਹਨੇ ਤੀਜੀ ਆਫਰ ਲੈਟਰ ਹੋਰ ਲੈ ਲਈ
ਇੱਕ ਤੀਸਰੀ ਆਫਰ ਲੈਟਰ ਹੋਰ ਲੈ ਲਈ। ਉਹਨੇ ਤੀਜੀ ਆਫਰ ਲੈਟਰ ਲੈਤੀ ਜੀ ਇੱਥੇ, ਉਹਦੀ ਮੈਂ ਫੀਸ ਭੇਜੀ ਇੱਧਰੋਂ, ਅਤੇ ਜਿਹੜੀ ਉਦੋਂ ਬਾਅਦ ਉੱਥੇ ਸੀ ਲੰਡਨ ਸ਼ਹਿਰ 'ਚ ਸੀ, ਲੰਡਨ ਸ਼ਹਿਰ 'ਚ ਗਈ ਸੀ, ਉੱਥੇ ਹੀ ਮੈਂ ਭੇਜੀਆਂ ਜੀ ਫੀਸਾਂ, ਉਵੇਂ ਸਾਰਾ ਮੈਂ ਆਪਦੇ ਅਕਾਊਂਟ 'ਚ ਭੇਜੀਆਂ। ਫਿਰ ਜਿਹੜੀ ਤੀਜੀ ਇੱਥੇ ਲੈਤੀ ਸੀ ਅੱਗੇ ਬਰੈਂਪਟਨ 'ਚ ਹੀ, ਉਹਦੀ ਵੀ ਮੈਂ ਫੀਸ ਭੇਜੀ ਇੱਧਰ, ਫਸਟ ਸਮੈਸਟਰ ਦੀ ਭੇਜੀ ਫੀਸ। ਫਿਰ ਜਨਵਰੀ ਜਿਹੜੀ ਮਤਲਬ ਸੈਕੰਡ ਸਮੈਸਟਰ ਸੀ ਉਹਦੀ ਫੀਸ ਇੱਧਰੋਂ ਭੇਜੀ। ਉਹਨੇ ਕੋਈ ਰਿਜ਼ਲਟ ਕਿਸੇ ਦਾ ਨਹੀਂ ਦਿੱਤਾ ਜੀ ਉਹਨੇ, ਉਹ ਕਹਿੰਦੀ ਦੱਸਿਆ ਨਹੀਂ ਹੈਗਾ ਜੀ। ਉਹ ਕਹਿੰਦੀ ਲੋਕਡਾਊਨ ਆ। ਚਲੋ ਮੈਂ ਕਿਸੇ ਨਾਲ ਗੱਲ ਕੀਤੀ, ਉਹ ਕਹਿੰਦੇ ਲੋਕਡਾਊਨ ਕਰਕੇ ਹੋ ਸਕਦਾ ਬਈ ਵੀ ਨਹੀਂ ਦਿੰਦੇ ਕਈ ਵਾਰ ਲੋਕਡਾਊਨ। ਅਸੀਂ ਵੀ ਐਂ ਕਰਦੇ ਰਹੇ। ਫਿਰ ਸਾਲ ਹੋ ਗਿਆ ਜੀ, ਸਾਲ ਸਵਾ ਸਾਲ ਹੋ ਗਿਆ ਜੀ। ਅੱਜ ਆਉਂਦਾ ਜੀ ਰਿਜ਼ਲਟ, ਕੱਲ੍ਹ ਨੂੰ ਆਉਂਦਾ ਵਾ, ਠੀਕ ਆ। ਫਿਰ ਜਦੋਂ ਬਰੈਂਪਟਨ ਆ ਗਈ ਸੀ ਪਹਿਲੇ ਸਮੈਸਟਰ 'ਚ, ਉਦੋਂ ਮੈਂ ਫਾਈਲ ਲਾਤੀ ਸੀ, ਪਰ ਉਦੋਂ ਵੀ ਆਫਰ ਲੈਟਰ 'ਤੇ ਹੀ ਫਾਈਲ ਲਾਈ ਆ। ਅੱਛਾ, ਤੀਜੀ ਆਫਰ ਲੈਟਰ ਦੇਖੋ, ਮੰਨ ਕੇ ਜਿਹੜੀ ਤੀਜੀ ਵਾਰ ਫਾਈਲ ਲਾਈ ਹੈ ਦੇਖੋ, ਪਹਿਲੀ ਵਾਰ ਆਫਰ ਲੈਟਰ ਇੱਥੇ ਹੋਰ ਲੈ ਗਈ ਸੀ, ਸੈਕੰਡ ਆਫਰ ਲੈਟਰ 'ਤੇ ਜੋ ਫਾਈਲ ਲਾਈ ਹੈ ਜੀ ਉਹ ਹੋਰ ਸੀ ਆਫਰ ਲੈਟਰ 'ਤੇ। ਫਿਰ ਮੈਂ ਤੀਜੀ ਵਾਰ ਫਾਈਲ ਲਾਈ ਹੈ ਜੀ, ਆਫਰ ਲੈਟਰ ਚੇਂਜ ਦੇਖ ਲਓ ਹੋਰ ਭੇਜੀ। ਉਹ 'ਤੇ ਪਰ ਮੈਨੂੰ ਕੋਈ ਟਰਾਂਸਕ੍ਰਿਪਟ, ਕੋਈ ਮਤਲਬ ਕਾਲਜ ਨਹੀਂ, ਕਲੀਅਰੈਂਸ ਸਰਟੀਫਿਕੇਟ ਜਾਂ ਕੁਛ ਨਹੀਂ ਹੈਗਾ ਸੀ। ਇਕੱਲੀ ਸਿਰਫ ਆਫਰ ਲੈਟਰ 'ਤੇ ਅੰਬੈਸੀ 'ਤੇ ਲਾਈ ਫਾਈਲ, ਇਕੱਲਾ ਲਿਖ ਕੇ ਰੂਪ 'ਚ ਦੇ ਦਾ ਜੀ। ਅਤੇ ਏਜੰਟ ਨਾਲ ਗੱਲ ਕੀਤੀ ਸੀ, ਏਜੰਟ ਕਹਿੰਦਾ ਵੀ ਆਪਾਂ ਇੱਕ ਵਾਰੀ ਫਾਈਲ ਲਾ ਦਿੰਦੇ ਹਾਂ, ਵੀ ਜੇ ਉਹ ਕਹਿੰਦੀ ਵੀ ਟਰਾਂਸਕ੍ਰਿਪਟ ਮੈਂ ਮੇਲ ਕੀਤੀ ਆ, ਵੀ ਟਰਾਂਸਕ੍ਰਿਪਟ ਆ ਜੂਗਾ, ਆਪਾਂ ਮੇਲ ਕਰ ਦਾਂਗੇ ਅੰਬੈਸੀ ਵਾਲਿਆਂ ਨੂੰ। ਉਵੇਂ ਲੰਘਦਾ ਗਿਆ ਜੀ। ਮੈਨੂੰ ਕਹਿੰਦੀ ਮੈਂ ਧਰਨੇ, ਅਸੀਂ 25-30 ਸਟੂਡੈਂਟ ਆ ਜੀ, ਅਸੀਂ ਧਰਨੇ ਲਾਏ ਆ। ਵੀ ਮੈਂ ਕਹਿੰਦਾ ਸੀ ਵੀ ਕੋਈ ਧਰਨੇ ਦੀ ਕੋਈ ਵੀਡੀਓ ਹੋਊਗੀ ਜਾਂ ਕੁਛ ਹੈਗੀ ਆ, ਕਹਿੰਦੇ ਨਹੀਂ ਵੀ ਇੱਥੇ ਵੀਡੀਓ ਕਾਲਜ ਬਣਾਉਣ ਨਹੀਂ ਦਿੰਦੇ। ਫਿਰ ਮੰਮੀ ਉਹਨਾਂ ਨੇ ਵੀ ਖਾਈ ਵਾਲੇ ਮੰਮੀ ਡੈਡੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਇਹ ਗੱਲਬਾਤ ਵੀ ਇੱਦਾਂ ਹਜੇ ਕੋਈ ਉਹਦਾ ਮਤਲਬ ਕੋਈ ਹੈ ਨਹੀਂ। ਫਿਰ 7ਵੇਂ ਮਹੀਨੇ 'ਚ 2021 'ਚ ਹੀ ਉਹਦਾ ਵੀਜ਼ਾ ਵੀ ਐਕਸਪਾਇਰ ਹੋ ਜਾਂਦਾ ਜੀ। ਠੀਕ ਹੈ, ਹਾਂਜੀ, 7ਵੇਂ ਮਹੀਨੇ 2021  'ਚ ਵੀਜ਼ਾ ਵੀ ਐਕਸਪਾਇਰ ਹੋ ਜਾਂਦਾ ਜੀ। ਫਿਰ ਵੀ ਸਾਨੂੰ ਇਹ ਕਹਿੰਦੀ ਸੀ ਵੀ ਅੱਜ ਹੋ ਜਾਊਗਾ, ਵੀ ਕਾਲਜ ਵਾਲੇ ਦਿੰਦੇ ਆ ਵੀ ਵੀਜ਼ਾ ਵੱਧ ਜੂਗਾ। ਉਹ ਕਹਿੰਦੇ ਆ ਵੀ ਫਿਰ ਮੈਨੂੰ ਕਹਿੰਦਾ ਸੀ ਵੀ ਜਿੱਦਾਂ ਹੀ ਵੱਧ ਗਿਆ ਵੀ ਤੂੰ ਇੰਡੀਆ ਆ ਜੀ, ਵੀ ਚਲੋ ਵੀ ਬਹੁਤ ਟਾਈਮ ਹੋ ਗਿਆ, ਮੇਰਾ ਕੀ ਪਤਾ ਕਦੋਂ ਹੋਊਗਾ ਕਦੋਂ ਨਹੀਂ ਇਕੱਠੇ ਹੋਵਾਂਗੇ, ਵੀ ਤੂੰ ਇੱਥੇ ਇੰਡੀਆ ਆ ਜੀ, ਵੀ ਆਪਾਂ ਵੀ 25 ਦਿਨ ਰਹਿ ਕੇ ਵੀ ਫਿਰ ਵਾਪਸ ਚਲੇ ਜਾਈ, ਵੀ ਜਿੱਦਾਂ ਵੀਜ਼ਾ ਵੱਧ ਗਿਆ। ਫਿਰ ਉਦੋਂ ਬਾਅਦ ਹੀ ਕੋਈ ਹੋਇਆ ਨਹੀਂ ਹੈਗਾ ਵੀਜ਼ਾ ਐਕਸਪਾਇਰ ਹੋ ਗਿਆ। ਮੰਮੀ ਉਹਨਾਂ ਕੋਲੇ ਵੀ ਗੱਲ ਕੀਤੀ। ਫਿਰ ਮੈਨੂੰ ਕਹਿੰਦੀ ਸੀ ਕੰਮ 'ਤੇ ਵੀ ਮੈਂ ਜਾਣੀ ਆ ਵੀ ਪੈਸੇ ਘੱਟ ਦਿੰਦੇ ਆ, ਇੱਥੇ $6-7 ਦਿੰਦੇ ਆ ਜੀ। ਮੈਨੂੰ ਇੱਦਾਂ ਕਹਿ ਦਿੰਦੀ ਸੀ ਵੀ ਘੱਟ ਦਿੰਦੇ ਆ, ਵੀ ਕੁਛ ਪੈਸੇ ਮੈਂ ਇੱਧਰੋਂ ਭੇਜਦਾ ਸੀ। ਮੈਂ ਇੱਧਰੋਂ $200, ਕਿਤੇ $500 ਹੀ, ਕਿਤੇ 650, ਕਿਤੇ 250 ਮੰਥਲੀ। ਹਾਂਜੀ, ਕਈ ਵਾਰ ਜਿਹਦੇ 600 ਭੇਜ ਦਿੰਦਾ ਸੀ, ਫਿਰ 2 ਮੰਥ ਬਾਅਦ ਭੇਜ ਦਿੰਦਾ ਸੀ। ਹੁਣ ਮੈਂ ਸਾਲ ਸਵਾ ਸਾਲ ਹੋ ਗਏ ਮੈਂ ਇੱਧਰੋਂ ਭੇਜਦਾ ਸੀ ਪੈਸੇ, ਸਾਰੇ ਮਤਲਬ ਆਪਦੇ ਅਕਾਊਂਟ 'ਚ ਭੇਜੇ ਹੀ ਪੈਸੇ ਉਹਦੇ। ਫਿਰ ਮੈਂ ਮੰਮੀ ਉਹਨਾਂ ਨੂੰ ਪਤਾ ਸੀ ਗੱਲਬਾਤ, ਮੈਂ ਮੰਮੀ ਉਹਨਾਂ ਕੋਲੇ ਗੱਲ ਕੀਤੀ, ਉਹਨਾਂ ਨੇ ਸਾਰਾ ਕੁ ਕੀਤਾ ਵੀ ਐਂ ਗੱਲ। ਉਹ ਕਹਿੰਦੀ ਕੋਈ ਗੱਲ ਨਹੀਂ ਪੁੱਤ ਹੋ ਜਾਊਗਾ, ਵੀ ਉਹ ਮੈਨੂੰ ਐਂ ਕਹਿ ਦਿੰਦੇ ਸੀ ਵੀ ਹੋ ਜਾਊਗਾ ਕੋਈ ਗੱਲ ਨਹੀਂ। ਫਿਰ ਜਸਪ੍ਰੀਤ ਦੇ ਬ੍ਰਦਰ ਦੀ ਮੈਰਿਜ ਸੀ, ਮਤਲਬ ਅਸੀਂ ਦੇਖ ਰਹੇ ਕਿ ਐਂ ਨਹੀਂ ਹੈਗਾ, ਅਸੀਂ ਸਾਰੇ ਨਾਲ ਗਏ, ਸਾਰੇ ਗੱਲਬਾਤ ਆ। ਕੋਈ ਢਿੱਲ ਮੱਠ ਹੁੰਦੀ ਸੀ, ਫਾਦਰ ਸਾਹਿਬ ਉੱਧਰ ਸਹੁਰਾ ਸਾਹਿਬ ਬਿਮਾਰ ਹੁੰਦੇ ਸੀ, ਮੈਂ ਆਪ ਆ ਕੇ ਲੈ ਕੇ ਜਾਂਦਾ ਸੀ ਉਹਨਾਂ ਨੂੰ ਕੋਈ ਦਵਾਈ। ਮੰਮੀ ਬਿਮਾਰ ਹੁੰਦੀ ਸੀ, ਮੈਂ ਜਾਂਦਾ ਸੀ। ਮੈਥੋਂ ਨਹੀਂ ਇੱਥੋਂ ਦਾ ਚਲੋ ਹੁਣ ਕੀ ਪਤਾ ਵੀ ਕਿੱਥੇ ਜਾਂਦਾ ਕਿੱਥੇ ਨਹੀਂ। ਉਹਨਾਂ ਦੇ ਪਿੰਡ ਦਾ ਪੱਖ ਲੈ ਲਓ ਜੀ ਇੱਕ ਵਾਰੀ, ਉਹਨਾਂ ਦੇ ਪਿੰਡ ਦਾ ਪੱਖ ਲੈ ਕੇ ਦੇਖਿਓ ਵੀ ਉਹ ਘਰ ਦਾ ਮੁੰਡਾ ਸੀ, ਇੱਕ ਜਮਾਈ ਸੀ। ਕਿਉਂਕਿ ਜਿਹੜਾ ਹੁੰਦਾ ਜਮਾਈ ਪ੍ਰਾਹੁਣਾ, ਉਸ ਹਿਸਾਬ ਨਾਲ ਕੋਈ ਇਹਨਾਂ ਨਾਲ ਹੈ ਨਹੀਂ ਸੀ ਆਪਣਾ ਕੋਈ ਵੀ। ਜਿਵੇਂ ਘਰ ਦਾ ਮੁੰਡਾ ਸੀ, ਕੋਈ ਐਂ ਨਹੀਂ ਹੈਗਾ ਸੀ ਵੀ ਮੈਂ ਪ੍ਰਾਹੁਣਾ ਵਾਂ ਵੀ ਮੈਨੂੰ ਇੱਥੇ ਕੋਈ, ਜਿਵੇਂ ਹੈਗਾ ਸੀ ਕੋਈ ਜੋ ਉਵੇਂ ਸੀ ਸਾਰਾ ਕੁਛ ਉਹਨਾਂ ਨਾਲ ਕਰਦੇ ਸੀ, ਘਰ ਦੇ ਮੁੰਡਿਆਂ ਵਾਂਗੂ ਕਰਦਾ ਸੀ। ਹੁਣ ਫਿਰ ਮੈਰਿਜ 'ਤੇ ਹੀ ਸਾਰਾ ਕੁਛ ਮੈਂ ਨਾਲ ਕੀਤਾ, ਸਾਰਾ ਕੁਛ ਗਿਆ ਆਇਆ, ਸਾਰਾ ਕੁਛ ਮੈਂ ਆਪਦੇ ਮਤਲਬ ਉਹਨਾਂ ਨਾਲ ਕੀਤਾ ਜਿੱਥੇ ਗਏ ਆ। ਫਿਰ ਉਹਦੇ ਬ੍ਰਦਰ ਦੀ ਜਸਪ੍ਰੀਤ ਦੇ ਮੈਰਿਜ ਜੀ, ਉਹ ਸਾਨੂੰ ਕਹਿ ਦਿੰਦੀ ਸੀ ਮੇਰਾ ਬਸ ਮੈਰਿਜ ਤੋਂ ਜਦੋਂ ਅਸੀਂ ਮਹੀਨਾ ਲੇਟ ਵੀ ਮੈਰਿਜ ਕੀਤੀ, ਵੀ ਮੈਂ ਕਿਹਾ ਵੀ ਜਸਪ੍ਰੀਤ ਆ ਜੂ। ਉਹਨਾਂ ਨੂੰ ਮੈਂ ਕਿਹਾ ਮੇਰੇ ਸਾਲੇ ਦੀ ਮਤਲਬ ਸਹੁਰਾ ਸਾਹਿਬ ਨੂੰ, ਉਹਨਾਂ ਨੇ ਵੀ ਜੋ ਵਿਚੋਲੇ ਨਾਲ ਗੱਲ ਕੀਤੀ, ਅਸੀਂ ਕਿਹਾ ਵੀ ਮੈਰਿਜ ਲੇਟ ਕਰ ਲਓ, ਮਹੀਨਾ ਫਰਵਰੀ 'ਚ ਮੈਰਿਜ ਰੱਖਦੇ ਸੀ ਕਿ ਮਾਰਚ 'ਚ ਕਰ ਲਓ, ਵੀ ਜਸਪ੍ਰੀਤ ਕਹਿੰਦੀ ਮੇਰਾ ਵੀਜ਼ਾ ਵੱਧ ਜਾਣਾ ਵਾ, ਮੈਂ ਆ ਜਾਊਂਗੀ। ਸਾਨੂੰ ਇਹ ਗੱਲ ਕਰਦੀ ਸੀ। ਅਸੀਂ ਮੈਰਿਜ ਵੀ ਮਹੀਨਾ ਲੇਟ ਕੀਤੀ। ਫਿਰ ਚਲੋ ਅਸੀਂ ਆਇਆ, ਫਿਰ ਗੱਡੀ ਵੀ ਮੈਂ ਹੀ ਕਿ ਅਸੀਂ ਸਾਰਾ ਕੁਛ ਉਹਨਾਂ ਨੂੰ ਮੈਂ ਆਪ ਵੀ ਆਪਣੇ ਨਾਂ ਗੱਡੀ ਉਹਨਾਂ ਦੀ ਸਾਰਾ ਕੁਛ ਲੈ ਕੇ ਦਿੱਤਾ, ਉਹਨਾਂ ਨੂੰ ਹੀ ਕੀਤਾ ਵਾ, ਉਹ ਵੀ ਆਪਣੇ ਨਾਮ ਹੈ ਗੱਡੀ ਉਹਨਾਂ ਕੋਲੇ, ਠੀਕ ਆ, ਸਾਲੇ ਕੋਲੇ। ਫਿਰ ਮੈਰਿਜ 'ਤੇ ਸਾਰਾ ਕੋਈ ਇੱਦਾਂ ਨਹੀਂ ਹੈਗਾ, ਅਸੀਂ ਲਾਈਵ ਸਾਰਾ ਕੁਛ ਮਤਲਬ ਵੀਡੀਓ YouTube 'ਤੇ ਪਾਈ ਹੋਈ ਲਾਈਵ, ਸਾਲੇ ਦੀ ਵਿਆਹ ਦੀ ਮਤਲਬ ਜਸਪ੍ਰੀਤ ਦੇ ਬ੍ਰਦਰ ਦੀ ਸਾਰੀ ਉਹ 'ਤੇ ਪਾਈ ਆ। ਉਹ 'ਤੇ ਹੀ ਸਾਰਾ ਮਤਲਬ ਕਲੀਅਰ ਹੁੰਦਾ ਜੀ ਵੀ ਇਹ ਕੀ ਗੱਲਬਾਤ ਕਿਵੇਂ ਸੀ, ਵੀ ਕਿਵੇਂ ਮੁੰਡਾ ਰਹਿੰਦਾ ਸੀ, ਕੋਈ ਇੱਦਾਂ ਦਾ ਕੋਈ ਗੱਲਬਾਤ ਨਹੀਂ, ਵਧੀਆ ਸੀ ਸਾਰਾ ਕੁਛ ਜੀ।
ਫਿਰ ਅਸੀਂ ਮੈਰਿਜ ਤੋਂ ਬਾਅਦ ਮੈਂ ਮੰਮੀ ਕੋਲੇ ਇੱਕ ਵਾਰੀ ਫੇਰ ਮੈਂ ਗੱਲ ਕੀਤੀ। ਮੈਂ ਕਿਹਾ ਮੰਮੀ, ਹਾਂਜੀ ਖਾਈ ਮੈਂ ਗਿਆ ਜੀ ਸੱਸ ਕੋਲੇ, ਹਾਂਜੀ ਮੰਮੀ ਕੋਲੇ ਹੀ ਗਿਆ ਖਾਈ, ਮੰਮੀ ਕੋਲੇ ਗਾ ਕੇ ਗੱਲ ਕੀਤੀ। ਇਹ ਨਹੀਂ ਹੈਗਾ ਸੀ ਮੈਂ ਕਿਹਾ ਵੀ ਬੇਅੰਤ ਨੂੰ ਮਤਲਬ ਜਸਪ੍ਰੀਤ ਦੀ ਭਾਬੀ ਹੈ ਜੀ, ਉਹਨੂੰ ਨਾ ਪਤਾ ਲੱਗੇ ਕੋਈ ਗੱਲਬਾਤ। ਜਿੱਦਾਂ ਉਹ ਕੋਰਟ ਮੈਰਿਜ ਕਰਾਉਣ ਗਏ ਸੀ, ਮੈਂ ਉੱਦਾਂ ਦੁਬਾਰੇ ਫੇਰ ਗਿਆ। ਮੈਂ ਕਿਹਾ ਮੰਮੀ ਵੀ ਹੁਣ ਬਹੁਤ ਟਾਈਮ ਹੋ ਗਿਆ ਵੀ ਤੁਹਾਨੂੰ ਵੀ ਇਹ ਗੱਲ ਪਤਾ ਹੈ ਵੀ ਉਹਦੇ ਕੋਲ ਹੁਣ ਕੋਈ ਵੀਜ਼ਾ ਨਹੀਂ ਹੈਗਾ, ਕੋਈ ਗੱਲ ਨਹੀਂ ਆਪਾਂ ਨੂੰ ਦੱਸਦੀ ਹੈਗੀ ਵੀ ਜੇ ਕੋਈ ਗੱਲ ਦੱਸੇ ਵੀ ਆਪਾਂ ਵੀ ਆਫਰ ਲੈਟਰ ਹੋਰ ਲੈ ਲਈਏ, ਇਹ ਕਰ ਲਈਏ। ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਕੋਈ ਮਤਲਬ ਸਿਰੇ ਕੋਈ ਗੱਲ ਨਹੀਂ ਲਾਈ ਹੈਗੀ। ਉਹਨਾਂ ਨਾਲ ਗੱਲ ਕਰਦੇ ਸੀ, ਉਹ ਥੋੜ੍ਹਾ ਜਿਹਾ ਮਤਲਬ ਉਹਨੂੰ ਜਸਪ੍ਰੀਤ ਨੂੰ ਗਲਤ ਬੋਲਦੇ ਸੀ। ਉਹਨੇ ਵੀ ਚਲ ਕਹਿਣਾ ਤਾਂ ਐਂ ਤਾਂ ਕਿਉਂ ਕਹਿਣਾ ਵਾ, ਰੱਖਣੀ ਨਹੀਂ ਆਪਾਂ ਜਿਵੇਂ ਇਹਨੇ ਕਰਿਆ ਨਾ ਕਰਨਾ ਇਹਨਾਂ ਵੀ ਆਈ ਨਹੀਂ ਐਂ ਤਾਂ ਕਿਉਂ ਕਰਨਾ ਤੁਸੀਂ। ਉਹ ਮੈਂ ਤਾਂ ਹੀ ਕਹਿਣਾ ਪਿਆਰ ਨਾਲ ਗੱਲ ਕਰੋ। ਜੇ ਜਿਹੜੀਆਂ ਵੀ ਆ ਗਈ ਨਾ ਸਾਰਾ ਦਿਨ ਗੋਹਾ ਕੂੜਾ ਇਸਟਾਉਣਾ, ਜੇ ਰਿਪੋਰਟ ਤਾਂ ਫਿਰ ਇਹਨੇ ਹੋ ਹੀ ਜਾਣੀ। ਰਿਪੋਰਟ ਥੋਮੀ ਉਹ ਕਹਿੰਦੇ ਆ, ਮੈਂ ਦੇਖ ਲਾ ਉਹ ਪਰਿਵਾਰ, ਹਾਂਜੀ ਵੀ ਉਹਨੇ ਐਂ ਕਦੋਂ ਕੀਤਾ। ਗੱਲ ਕੀ ਸਬੂਤ ਆ? ਉਹ ਇਹ ਗੱਲ ਤੁਹਾਡੇ ਕੋਲ ਇਸ ਚੀਜ਼ ਦਾ ਕੋਈ ਸਬੂਤ ਹੈ ਵੀ ਉਹ ਪਰਿਵਾਰ ਜਸਪ੍ਰੀਤ ਨੂੰ ਗਲਤ ਬੋਲਦਾ ਸੀ? ਹਾਂਜੀ, ਜਦੋਂ ਹੁਣ ਮੈਨੂੰ ਜਦੋਂ ਲੱਗਿਆ ਜੀ ਹੁਣ 2-3 ਦਾ ਮਤਲਬ ਮੈਰਿਜ ਤੋਂ ਜਾਂ ਸਾਲੇ ਦੀ ਮੈਰਿਜ ਤੋਂ ਜੀ, ਮਤਲਬ ਜਸਪ੍ਰੀਤ ਦੇ ਬ੍ਰਦਰ ਤੋਂ ਹੀ ਕੋਈ ਲੱਗਿਆ ਵੀ ਉਹ ਮਤਲਬ ਨਹੀਂ ਸਹੀ ਢੰਗ ਨਾਲ ਗੱਲ ਕਰ ਰਹੀ। ਹੁਣ ਮੈਨੂੰ ਹੁੰਦਾ ਹੀ ਆ ਵੀ ਚਲੋ ਆਪਾਂ ਕੋਈ ਗੱਲਬਾਤ, ਕੋਈ ਝੂਠ ਕੋਈ ਗੱਲਬਾਤ ਆਪਾਂ ਰਿਕਾਰਡਿੰਗ ਕਰ ਲੈਂਦੇ ਜੀ। ਉਵੇਂ ਮੇਰੇ ਕੋਲੇ ਮਾੜਾ ਮੋਟਾ ਹੀ ਮੈਂ ਉਹਨਾਂ ਦੀ ਮਤਲਬ ਜਦੋਂ ਕੋਈ ਗੱਲ ਕਰਦਾ ਸੀ ਉਹਨਾਂ ਨਾਲ ਫੋਨ 'ਤੇ ਗੱਲ ਕਰਦਾ ਸੀ, ਮੈਂ ਰਿਕਾਰਡਿੰਗ ਕਰ ਲੈਂਦਾ ਸੀ। ਮੈਂ ਕਿਹਾ ਵੀ ਜਦੋਂ ਉਹ ਮੈਨੂੰ ਨਾਲ ਗੱਲ ਕਰਦਾ ਸੀ, ਮੈਂ ਕਿਹਾ ਵੀ ਤੁਸੀਂ ਕੋਈ ਗੱਲ ਕਰੋ। ਉਹ ਮਤਲਬ ਤੈਅ ਗੱਲ ਨਹੀਂ ਕਰਦੇ ਸੀ, ਮਤਲਬ ਸਿਰੇ 'ਤੇ ਨਹੀਂ ਗੱਲ, ਉਹ ਕੋਈ ਥੋੜ੍ਹਾ ਜਿਹਾ ਮਤਲਬ ਲਿਜਾ ਕੇ ਜੇ ਗੱਲ ਕੋਈ ਨਹੀਂ ਲੈ ਕੇ ਆਉਂਦੀ ਸੀ। ਮੈਂ ਉਹਨਾਂ ਦੀ ਚਲੋ ਰਿਕਾਰਡਿੰਗ ਕਰ ਲੈਂਦਾ ਸੀ। ਜਸਪ੍ਰੀਤ ਨੂੰ ਵੀ ਉਹ ਗਲਤ ਬੋਲ ਦਿੰਦੇ ਸੀ। ਹਾਂਜੀ, ਮੈਂ ਉਹਨਾਂ ਨੂੰ ਇਹ ਵੀ ਕਿਹਾ, ਮੈਂ ਮੰਮੀ ਤੁਸੀਂ ਗਲਤ ਨਾ ਵੀ ਇੱਦਾਂ ਨਾ ਕਰੋ, ਵੀ ਤੁਸੀਂ ਪਿਆਰ ਨਾਲ ਗੱਲ ਕਰਕੇ ਉਹਨੂੰ ਸਮਝਾਓ। ਤੁਸੀਂ ਉਹਨਾਂ ਨੂੰ ਕਹੋ ਨਾ ਕੁਛ, ਤੁਸੀਂ ਪਿਆਰ ਨਾਲ ਗੱਲ ਕਰੋ ਉਹਦੇ ਨਾਲ। ਮੈਨੂੰ ਤਾਂ ਗੁੱਸਾ ਚੜਦਾ ਗਰਮੀ ਜਦੋਂ ਜਵਾਕ ਕਿਸੇ ਢੱਬ ਤੇ ਨਾ ਆਹ ਮਾਰਨ ਮੂਰਨ ਵਾਲੀ ਤਾਂ ਗੱਲਾਂ ਕਰੋ ਨਾ, ਫਿਰ ਟੈਨਸ਼ਨ ਲਊਗੀ ਉਹ ਲਈ ਜਾਂਦੀ ਆ ਜੀ। ਮੈਂ ਉਹਨਾਂ ਨੂੰ ਇਹ ਵੀ ਕਿਹਾ, ਮੈਂ ਮੰਮੀ ਤੁਸੀਂ ਗਲਤ ਨਾ ਵੀ ਇੱਦਾਂ ਨਾ ਕਰੋ, ਵੀ ਤੁਸੀਂ ਪਿਆਰ ਨਾਲ ਗੱਲ ਕਰਕੇ ਉਹਨੂੰ ਸਮਝਾਓ ਵੀ ਤੂੰ ਸੱਚ ਦੱਸ ਦੇ, ਵੀ ਜੇ ਫੇਲ ਆ ਵੀ ਆਪਾਂ ਦੁਬਾਰੇ ਆਈਲੈਟਸ ਕਰਾ ਲੈਂਦੇ ਜੀ। ਠੀਕ ਆ, ਡੈਡੀ ਨੂੰ ਨਹੀਂ ਪਤਾ ਸੀ ਮੈਂ ਪੈਸੇ ਭੇਜਦਾ ਇੱਧਰੋਂ, ਸਾਲ ਹੋ ਗਈ। ਹਾਂਜੀ, ਕਿ ਪਤਾ ਨਹੀਂ ਸੀ, ਉੱਧਰ ਪਤਾ ਸੀ ਮੰਮੀ ਉਹਨਾਂ ਨੂੰ। ਫਿਰ ਇੱਕ ਵਾਰੀ 2021 ਚ ਜਨਵਰੀ 'ਚ ਜੀ ਉਹਨੇ ਮੈਨੂੰ ਕਿਹਾ ਵੀ ਮੈਨੂੰ ਨਾ ਵੀ ਮਤਲਬ ਕਿਹਾ ਵੀ ਡੈਡੀ ਨੂੰ ਨਹੀਂ ਗੱਲ ਪਤਾ, ਸਹੁਰਾ ਸਾਹਿਬ ਨੂੰ, ਵੀ ਮੰਮੀ ਅਤੇ ਬ੍ਰਦਰ ਨੂੰ ਗੱਲ ਪਤਾ ਵੀ ਉਹ ਕਹਿੰਦੇ ਥੋੜ੍ਹੇ ਪੈਸੇ ਚਾਹੀਦੇ ਜੀ, ਵੀ ਮੈਂ 4-4.5 ਲੱਖ ਰੁਪਏ ਇੱਧਰੋਂ ਭੇਜਦਾ ਜੀ। ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਭੇਜ ਦੇ, ਵੀ ਕੋਈ ਗੱਲ ਨਹੀਂ। ਹਾਂ, ਉਹ ਕਹਿੰਦੀ ਵੀ ਉਹ ਵੀ ਮੰਗਦੇ ਆ ਵੀ ਪੈਸੇ ਮੈਂ ਇਹਨਾਂ ਨੂੰ ਦੇ ਦਾਂ। ਮੈਂ ਕਿਹਾ ਕੋਈ ਗੱਲ ਨਹੀਂ ਵੀ ਚੱਲ ਦੇ ਦੇ, ਹੈ ਨਾ, ਕੋਈ ਗੱਲ ਨਹੀਂ ਵੀ ਚੱਲ ਹੋ ਜਾਊਗਾ। ਉਹ ਵੀ ਜਸਪ੍ਰੀਤ ਨੇ ਜੀ ਉੱਧਰੋਂ, ਕਿਉਂਕਿ ਹਾਂਜੀ ਭੇਜੇ ਜੀ, ਕਿਉਂਕਿ ਮੈਂ ਇੱਧਰੋਂ ਭੇਜ ਦਿੰਦਾ ਸੀ, ਕਿਤੇ 5 ਲੱਖ ਹੀ ਕਿਤੇ 4 ਲੱਖ ਕਰਦਾ ਸੀ। ਉਹ ਕੰਮ ਕਰਕੇ ਕਮਾਇਆ ਸੀ ਜਾਂ ਤੁਸੀਂ ਕਹਿੰਦੇ ਵੀ ਇੱਧਰੋਂ ਭੇਜੇ ਹੋਏ ਸੀ? ਉਹ ਸੀ ਜੀ ਕੰਮ ਕਰਕੇ। ਤਾਂ ਹੁਣ ਉਹਨੇ ਕੋਈ ਜਦੋਂ ਮੈਨੂੰ ਇੱਕ ਵਾਰੀ ਸਟੇਟਮੈਂਟ ਲਾਈ ਸੀ, ਮਤਲਬ 12ਵੇਂ ਮਹੀਨੇ 'ਚ ਜਦੋਂ ਅਕਾਊਂਟ ਦੀ ਸਟੇਟਮੈਂਟ ਲਾਈ ਸੀ, ਕੋਈ ਕੰਮ ਵਾਲੇ ਦੇ ਪੈਸੇ ਕੋਈ ਹੈ ਨਹੀਂ ਸੀ, ਹੋ ਨਹੀਂ ਹੈਗੀ ਨਹੀਂ ਸੀ ਕੰਮ ਵਾਲੇ, ਮਤਲਬ ਪੈਸੇ ਉਹਦੇ ਅਕਾਊਂਟ 'ਚ ਨਹੀਂ ਹੈਗੇ ਸੀ ਕੋਈ, ਕਿਉਂਕਿ ਜਿਹੜੇ ਇੱਧਰੋਂ ਮੈਂ ਭੇਜਦਾ ਸੀ ਉਹਦੇ ਨਾਲ ਹੀ ਸਾਰਾ ਉਹਦਾ ਚੱਲਦਾ ਸੀ ਖਰਚਾ ਹੀ, ਕਿਉਂਕਿ ਕੰਮ ਜਾਂਦੀ ਨਹੀਂ ਸੀ। ਸਾਨੂੰ ਕਹਿ ਦਿੰਦੀ ਸੀ ਮੈਂ ਕੰਮ 'ਤੇ ਜਾਂਦੀ ਹਾਂ ਜੀ, ਪਰ ਵੀਡੀਓ ਕਾਲ ਮੇਰੇ ਨਾਲ ਥੋੜ੍ਹੀ ਘੱਟ ਕਰਦੀ ਸੀ। ਹੁਣ 7-8 ਮਹੀਨੇ ਹੋ ਗਏ ਆਡੀਓ ਕਾਲ ਜ਼ਿਆਦਾ ਕਰਦੀ ਸੀ। ਫਿਰ ਉਸ ਤੋਂ ਬਾਅਦ ਜਦੋਂ ਹੁਣ ਆਹ ਗੱਲਬਾਤ ਹੀ ਮੈਂ ਉਹਨਾਂ ਨਾਲ ਰਿਕਾਰਡਿੰਗ ਕੀਤੀ ਆ, ਫਿਰ ਉਹਨਾਂ ਨੂੰ ਮੈਂ ਕਿਹਾ ਵੀ ਚਲੋ ਜਿਹੜਾ ਕੁਛ ਵੀ ਹੋ ਗਿਆ, ਉਹਨੇ ਨਹੀਂ ਸੱਚ ਦੱਸਿਆ ਵੀ ਫੇਲ ਹੋ ਗਈ ਜਾਂ ਨਹੀਂ। ਮੈਂ ਕਿਹਾ ਵੀ ਆਪਾਂ ਆਈਲੈਟਸ ਦਾ ਵੀ ਦੁਬਾਰੇ ਪੇਪਰ ਦੇ ਦਿੰਦੇ ਜੀ। ਹਾਂਜੀ, ਅਸੀਂ ਆਈਲੈਟਸ ਦਾ ਪੇਪਰ ਦੁਬਾਰੇ ਦਵਾਇਆ ਜੀ ਉੱਧਰ। ਹਾਂਜੀ, ਉਹਦੇ ਬੈਂਡ ਜੀ ਘਟ ਗਏ ਉੱਧਰ। ਠੀਕ ਹੈ, ਹਾਂ ਬੈਂਡ ਘਟ ਗਏ। ਉਹਨੇ ਸਾਡਾ ਫੋਨ ਨਹੀਂ ਚੱਕਿਆ ਜੀ। ਡੈਡੀ ਨੇ ਵੀ ਫੋਨ ਲਾਇਆ, ਪੁੱਤ ਫੋਨ ਚੱਕ ਲਈ। ਮੰਮੀ ਨੇ ਫੋਨ ਬਹੁਤ ਮਿਹਨਤਾਂ ਕੀਤੀਆਂ, ਮੈਂ ਫੋਨ ਲਾਇਆ ਜੀ, ਬਹੁਤ ਮਤਲਬ ਕਿਹਾ ਵੀ ਕੋਈ ਗੱਲ ਨਹੀਂ, ਜਿਹੜਾ ਕੁਛ ਹੋ ਗਿਆ ਕੋਈ ਗੱਲ ਨਹੀਂ, ਵੀ ਆਪਾਂ ਕੋਈ ਹੋਰ ਦੇਖ ਲੈਂਦੇ ਹਾਂ, ਆਪਾਂ ਕੁਛ ਕੋਈ ਡਿਸੀਜ਼ਨ ਲੈ ਲੈਂਦੇ ਹਾਂ, ਕੋਈ ਗੱਲ ਨਹੀਂ। ਫਿਰ ਉਹਨੇ ਫੋਨ ਨਹੀਂ ਚੱਕਿਆ ਜੀ। ਮੈਂ ਖਾਈ ਵਾਲਿਆਂ ਨੂੰ ਮਤਲਬ ਮੰਮੀ ਨੂੰ ਫੋਨ ਲਾਇਆ, ਮੈਂ ਕਿਹਾ ਮੰਮੀ ਵੀ ਆਹ ਗੱਲਬਾਤ ਆ ਵੀ ਹੁਣ ਫੋਨ ਨਹੀਂ ਚੱਕਦੀ ਸਾਡਾ। ਉਹਨਾਂ ਨੇ ਜੀ ਦੇਖੋ ਕਿੱਥੇ ਵੀ ਅੱਜ ਹੀ ਕੋਈ ਗੱਲਬਾਤ ਵੀ ਕੁੜੀ ਫੋਨ ਨਹੀਂ ਚੱਕੀ, ਅਸੀਂ ਕੋਈ ਜਾਈਏ 5-6 ਦਿਨਾਂ ਬਾਅਦ ਇੱਥੇ ਹੀ ਆਉਂਦੇ ਆ ਤੁਹਾਡੇ ਕੋਲ? ਇੱਥੇ 5-6 ਦਿਨਾਂ ਬਾਅਦ ਸਾਡੇ ਕੋਲ ਆਉਂਦੇ ਜੀ। 5-6 ਦਿਨਾਂ ਬਾਅਦ ਆ ਕੇ ਗੱਲ ਕਰਦੇ ਆ। ਮੈਂ ਨਾਲ ਦੀ ਕੁੜੀਆਂ ਨੂੰ ਫੋਨ ਲਾਇਆ, ਚਲੋ ਉਹਨਾਂ ਨੇ ਵਧੀਆ ਇੱਦਾਂ ਨਹੀਂ ਕੋਈ, ਉਹਨਾਂ ਨੇ ਵਧੀਆ ਕੀਤਾ ਵਾ ਵਿਚਾਰੀ ਨੂੰ, ਉਹਨਾਂ ਨੇ ਕੋਈ ਗੱਲਬਾਤ ਨਹੀਂ, ਉਹਨਾਂ ਨੇ ਸਾਰਾ ਕੁਝ ਸੱਚ ਦੱਸਤਾ ਜਿੰਨਾ ਵੀ ਹੈਗਾ ਸੀ।
ਫਿਰ ਮੈਂ ਮੰਮੀ ਹੁਣ ਇਹ ਗੱਲ ਦੱਸੀ ਆ, ਮੈਂ ਮੰਮੀ ਹੁਣ ਵੀ ਨੰਬਰ ਦਿੱਤਾ ਨਾਲ ਦੀ ਕੁੜੀਆਂ ਦਾ। ਮੈਂ ਕਿਹਾ ਮੰਮੀ ਵੀ ਤੁਸੀਂ ਗੱਲ ਕਰੋ ਆਏ ਆ। ਉਹ ਕਹਿੰਦੀ ਸੀ ਵੀ ਮੈਂ ਕੋਈ ਨਹੀਂ ਗੱਲ ਕਰ ਲੂੰਗੀ, ਮੈਂ ਫੇਰ ਗੱਲ ਕਰੂੰਗੀ, ਹੁਣ ਮੈਂ ਉਹ ਆ